ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਕਿਰਤ ਨਾਲ ਜੁੜੇ ਗੁਰੂ ਨਾਨਕ ਜੀ ਨੂੰ ਕਿਰਤੀ ਸਰੂਪ ਵਿੱਚ ਤੱਕਣ ਦਾ ਮਾਣ ਹਾਸਲ ਕਰਨ ਵਾਲਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਿਸੇ ਖਾਨਦਾਨ ਦਾ ਚਿਰਾਗ ਸਪੁੱਤਰ ਨੌਨਿਹਾਲ ਸੰਸਾਰ ਦੀ ਕਿਰਤ 'ਤੇ ਲੱਗ ਜਾਂਦਾ ਹੈ ਅਤੇ ਮਾਤਾ ਪਿਤਾ ਦੇ ਚਿਹਰਿਆਂ ਦੇ ਉੱਤੇ ਇੱਕ ਤਸੱਲੀ, ਇੱਕ ਸੰਤੁਸ਼ਟੀ, ਇੱਕ ਖੁਸ਼ੀ ਸੁਭਾਵਿਕ ਜਿਹੀ ਆ ਜਾਂਦੀ ਹੈ। ਇੱਥੇ ਇੱਕ ਬਹੁਤ ਮਹੱਤਵਪੂਰਨ ਪੱਖ ਹੈ। ਸਾਖੀਕਾਰਾਂ ਨੇ ਜੋ ਲਿਖਿਆ ਹੈ ਕਿ ਧੰਨ ਗੁਰੂ ਨਾਨਕ ਜੀ ਮੋਦੀ ਖਾਨੇ ਦੀ ਕਿਰਤ ਬਹੁਤ ਖੂਬਸੂਰਤੀ ਨਾਲ, ਬੜੇ ਧਿਆਨ ਨਾਲ, ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਦਾ ਯਤਨ ਕਰ ਰਹੇ ਨੇ। ਨਾਲ ਨਾਲ ਸਤਸੰਗੀ ਮਾਹੌਲ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਖੁਦਾ ਜੀ ਦੀ ਬਖਸ਼ਿਸ਼ ਦੇ ਨਾਲ ਆਸਾ ਆਸਾ ਕਰਕੇ ਇੱਥੇ ਪੈਦਾ ਹੋਣਾ ਸ਼ੁਰੂ ਹੋ ਚੁੱਕਾ ਹੈ। ਸਾਖੀ ਦਾ ਕਰਤਾ ਲਿਖਦਾ ਹੈ, ਕਿਸੇ ਸੱਜਣ ਨੇ ਮਹਿਤਾ ਕਲਿਆਣ ਦਾਸ ਜੀ ਨੂੰ ਇਹ ਦੱਸਿਆ ਕਿ ਮਹਿਤਾ ਜੀ, ਤੁਹਾਡਾ ਸੁਪੁੱਤਰ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੇ, ਮੋਦੀ ਦੀ ਜ਼ਿੰਮੇਵਾਰੀ। ਜਿਵੇਂ ਆਪਾਂ ਅੱਜ ਦੇ ਜ਼ਮਾਨੇ ਅੰਦਰ ਇੱਕ ਸਰਕਾਰੀ ਦਰਬਾਰੇ ਖੁਰਾਕ ਮੰਤਰਾਲਾ ਹੁੰਦਾ ਹੈ, ਵਿਭਾਗ ਹੁੰਦਾ ਹੈ, ਇਹ ਮੋਦੀ ਖਾਨਾ ਵੀ ਉਸ ਸਮੇਂ ਰਿਆਸਤ ਦਾ ਇਹ ਖੁਰਾਕ ਸੰਭਾਲ ਮਹਿਕਮਾ ਹੈ। ਅਤੇ ਕਿਸੇ ਨੇ ਇਹ ਵੀ ਨਾਲ ਕਹਿਤਾ, ਅੱਜ ਕੱਲ੍ਹ ਨਾਨਕ ਜੀ ਦੇ ਕੋਲ ਮਾਇਆ ਬੜੀ ਆ ਰਹੀ ਹੈ, ਦੌਲਤ ਬੜੀ ਆ ਰਹੀ। ਹੁਣ ਮਹਿਤਾ ਕਲਿਆਣ ਦਾਸ ਜੀ ਨੇ ਜਦੋਂ ਇਹ ਸ਼ਬਦ ਸੁਣੇ ਹੋਣਗੇ ਅਤੇ ਭਾਗਾਂ ਵਾਲੇ ਉੱਥੇ ਇੱਕ ਜਿਹੜੀ ਪਹਿਲਾਂ ਉਹਨਾਂ ਕੋਲ ਆਪਣੇ ਪੁੱਤਰ ਤੋਂ ਵੀ ਬੇਉਮੀਦੀ ਸੀ, ਹੁਣ ਇਹ ਸ਼ਬਦ ਸੁਣਨ ਤੋਂ ਬਾਅਦ ਉਹਨਾਂ ਦੀ ਅੱਖਾਂ ਵਿੱਚ ਕੋਈ ਲਿਸ਼ਕ ਆਈ ਹੋਏਗੀ। ਉਹਨਾਂ ਦੇ ਚਿਹਰੇ 'ਤੇ ਜਿਹੜੇ ਪਹਿਲਾਂ ਚਿੰਤਾ ਦੇ, ਫਿਕਰ ਦੇ ਚਿੰਨ੍ਹ ਸਨ, ਉਹ ਮਿਟ ਗਏ ਹੋਣਗੇ। ਹੁਣ ਉਸੇ ਚਿਹਰੇ ਉੱਤੇ ਸੰਤੁਸ਼ਟੀ ਦੇ ਭਾਵ ਉਜਾਗਰ ਹੋਏ ਅਤੇ ਮਨ ਕੀਤਾ, ਇਤਿਹਾਸ ਕਹਿੰਦਾ ਕਿ ਮਹਿਤਾ ਕਲਿਆਣ ਦਾਸ ਜੀ ਰਾਏਪੁਰ ਦੀ ਤਲਵੰਡੀ ਤੋਂ ਚੱਲਦੇ ਆਪਣੇ ਪੁੱਤਰ ਨੂੰ ਦੇਖਣ ਦੇ ਲਈ ਕਿ ਸਾਡਾ ਪੁੱਤਰ ਕਿਵੇਂ ਕਾਰ ਕਰ ਰਿਹਾ, ਕਿਵੇਂ ਨੌਕਰੀ ਕਰ ਰਿਹਾ, ਕਿਵੇਂ ਮੋਦੀ ਖਾਨਾ ਸੰਭਾਲ ਰਿਹਾ, ਅਸੀਂ ਵੀ ਜਾ ਕੇ ਵੇਖ ਕੇ ਆਉਂਦੇ ਹਾਂ। ਗ੍ਰਸਤੀ ਜ਼ਿੰਦਗੀ ਦੇ ਅੰਦਰ ਇਸ ਤਰ੍ਹਾਂ ਦੀਆਂ ਭਾਵਨਾਵਾਂ ਮਾਪਿਆਂ ਦੇ ਅੰਦਰ ਪੈਦਾ ਹੋਣੀਆਂ ਅਸੀਂ ਆਮ ਪੜ੍ਹਦੇ ਅਤੇ ਸੁਣਦੇ ਜਾਂ ਅੱਖਾਂ ਨਾਲ ਵੇਖਦੇ ਹਾਂ। ਕਹਿੰਦੇ ਨੇ ਪਿਤਾ ਜੀ ਮਹਿਤਾ ਕਲਿਆਣ ਦਾਸ ਜੀ ਆਪਣੀ ਸੁਪੁੱਤਰੀ ਬੇਬੇ ਨਾਨਕੀ ਜੀ ਦੇ ਘਰ ਵਿੱਚ ਪਹੁੰਚ ਜਾਂਦੇ ਹਨ। ਉਹਨਾਂ ਦੇ ਆਉਣ ਦੀ ਖਬਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਸ ਮੋਦੀ ਖਾਨੇ ਦੇ ਵਿੱਚ ਪਹੁੰਚਦੀ ਹੈ ਕਿ ਤੁਹਾਡੇ ਸਤਿਕਾਰਯੋਗ ਪਿਤਾ ਜੀ ਆਏ ਨੇ। ਆਪਣੀ ਕਿਰਤ ਦਾ ਵਿਹਾਰ ਕਰਕੇ, ਮੋਦੀ ਖਾਨੇ ਦੀ ਸੰਭਾਲ ਕਰਕੇ
ਗੁਰੂ ਨਾਨਕ ਪਾਤਸ਼ਾਹ ਜੀ ਘਰ ਜਾਂਦੇ ਨੇ, ਆਪਣੇ ਸਤਿਕਾਰਯੋਗ ਪਿਤਾ ਜੀ ਨੂੰ ਬਹੁਤ ਅਦਬ ਨਾਲ ਮਿਲਦੇ ਨੇ। ਆਪਾਂ ਪਿੱਛੇ ਚਰਚਾ ਕੀਤੀ ਹੈ, ਜੇ ਮਾਤਾ ਪਿਤਾ ਦੇ ਅਦਬ ਕਰਨ ਦੀ ਗੱਲ ਅੱਜ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਪੁਨਰ ਸਿਰਜੀਤ ਕਰਨੀ ਚਾਹ ਰਹੇ ਹਾਂ, ਜਾਂ ਇਸ ਨੂੰ ਆਪਣੀਆਂ ਪੀੜ੍ਹੀਆਂ ਦੀ ਸੋਚ ਦਾ ਹਿੱਸਾ ਬਣਾਉਣ ਦਾ ਸਾਡੇ ਅੰਦਰ ਖਵਾਬ ਹੈ, ਤਾਂ ਇਹ ਸਭ ਤੋਂ ਵੱਧ ਪ੍ਰੇਰਨਾ ਤਨ ਤਨ ਗੁਰੂ ਨਾਨਕ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਤੋਂ ਮਿਲਦੀ ਹੈ, ਔਰ ਸਾਨੂੰ ਭਾਗਾਂ ਵਾਲਿਓ ਸਭ ਨੂੰ ਲੈਣੀ ਚਾਹੀਦੀ। ਹੁਣ ਗੁਰੂ ਨਾਨਕ ਜੀ ਬਹੁਤ ਅਦਬ ਦਿੰਦੇ ਨੇ ਆਪਣੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਬਹੁਤ ਬੇਹੱਦ ਸਤਿਕਾਰ। ਇਹ ਸਭ ਤੋਂ ਸਾਡੇ ਲਈ ਪ੍ਰੇਰਨਾ ਲੈਣ ਦਾ ਇੱਕ ਵੱਡਾ ਸਰੋਤ ਹੈ। ਸਾਖੀ ਦਾ ਕਰਤਾ ਲਿਖਦਾ ਹੈ, ਮਹਿਤਾ ਕਲਿਆਣ ਦਾਸ ਜੀ ਤੇ ਉਹਨਾਂ ਦੇ ਸਪੁੱਤਰ ਗੁਰੂ ਨਾਨਕ ਪਾਤਸ਼ਾਹ ਜੀ ਬੈਠਦੇ ਨੇ, ਆਪਸ ਵਿੱਚ ਵਾਰਤਾਲਾਪ ਚੱਲਦਾ ਹੈ। ਮਹਿਤਾ ਕਲਿਆਣ ਦਾਸ ਜੀ ਆਪਣੇ ਸਪੁੱਤਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਦੇ ਨੇ, ਬੇਟਾ ਨਾਨਕ, ਸਾਨੂੰ ਜਾਣਕਾਰੀ ਮਿਲੀ ਹੈ ਕਿ ਅੱਜ ਕੱਲ੍ਹ ਤੁਹਾਡੇ ਕੋਲ ਮਾਇਆ ਬੜੀ ਆ ਰਹੀ ਹੈ। ਪਿਤਾ ਜੀ ਦੇ ਚਿਹਰੇ 'ਤੇ ਆਪਣੀਆਂ ਮੁਬਾਰਕ ਅੱਖਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਟਿਕਾਈਆਂ ਹੋਈਆਂ ਨੇ। ਪਿਤਾ ਦੇ ਬੋਲਾਂ ਨੂੰ ਬੜੇ ਗੌਰ ਨਾਲ ਕੰਨਾਂ ਰਾਹੀਂ ਸੁਣ ਰਹੇ ਨੇ। ਪਿਤਾ ਦੇ ਜੋ ਸ਼ਬਦ ਕਹੇ, ਬੋਲ ਬੋਲੇ, ਜਾਣਕਾਰੀ ਦੇ ਲਈ ਧੰਨ ਗੁਰੂ ਨਾਨਕ ਜੀ ਨੇ ਉਹਨਾਂ ਬੋਲਾਂ ਦਾ ਸਾਰਥਕ ਉੱਤਰ ਦਿੱਤਾ ਹੈ। ਪਿਤਾ ਜੀ, ਤੁਸੀਂ ਠੀਕ ਸੁਣਿਆ ਹੈ, ਤੁਹਾਡੇ ਕੋਲ ਜਿਹੜੀ ਜਾਣਕਾਰੀ ਆਈ ਹੈ ਬਿਲਕੁਲ ਠੀਕ ਆਈ ਹੈ। ਹੁਣ ਮਹਿਤਾ ਕਲਿਆਣ ਦਾਸ ਜੀ ਦਾ ਦੂਸਰੇ ਸਵਾਲ ਹੈ, ਮਾਇਆ ਜਮ੍ਹਾਂ ਕਿੰਨੀ ਕੁ ਕੀਤੀ ਹੈ, ਜੋੜੀ ਕਿੰਨੀ ਕੁ ਹੈ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਕਿਉਂਕਿ ਉਹਨਾਂ ਨੇ ਸਾਡੇ ਵਰਗੇ ਸਮਾਜ ਅਤੇ ਸੰਸਾਰ ਨੂੰ ਸੇਧ ਬਖਸ਼ਿਸ਼ ਕਰਨੀ ਹੈ, ਉਹਨਾਂ ਨੇ ਸਾਡੇ ਸਾਰਿਆਂ ਦੇ ਅੰਦਰ ਗਿਆਨ ਦੀ ਅਵਸਥਾ ਦਾ ਪੈਦਾ ਕਰਕੇ, ਗਿਆਨ ਦੀ ਅਵਸਥਾ ਨੂੰ ਜਨਮ ਦੇ ਕੇ ਸਾਨੂੰ ਭਵਿੱਖ ਦੇ ਲਈ ਕੁਝ ਸਿੱਖਿਆ ਬਖਸ਼ਿਸ਼ ਕਰਨੀ ਹੈ। ਆਪਣੇ ਪਿਤਾ ਜੀ ਦੇ ਬੋਲਾਂ ਨੂੰ ਬਹੁਤ ਪਿਆਰ ਨਾਲ ਸੁਣਨ ਤੋਂ ਬਾਅਦ ਕਹਿਣਗੇ, ਪਿਤਾ ਜੀ, ਮਾਇਆ ਇੱਕ ਪਾਸਿਓਂ ਆ ਰਹੀ ਹੈ, ਦੂਜੇ ਪਾਸੇ ਜਾ ਰਹੀ ਹੈ। ਆਪਾਂ ਜਿੰਨੇ ਵੀ ਇਸ ਘਟਨਾ ਨੂੰ ਸੁਣਾਂਗੇ, ਸਾਰਿਆਂ ਨੇ ਧਿਆਨ ਦੇਣਾ। ਇੱਥੇ ਬੜਾ ਇੱਕ ਸਾਡੇ ਲਈ ਕਾਬਲੇ ਗੌਰ ਪੱਖ ਹੈ, ਕਿਉਂਕਿ ਅੱਜ ਸਾਡੇ ਦਿਲ ਦਿਮਾਗ ਉੱਤੇ ਮਾਇਆ 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 ਮਾਇਆ, ਤਨ ਦੌਲਤ ਤਨ ਦੌਲਤ ਤਨ ਦੌਲਤ, ਇਹ ਸ਼ਬਦ ਸਾਨੂੰ ਬਹੁਤ ਪ੍ਰਭਾਵਿਤ ਕਰ ਰਹੇ ਨੇ ਅਤੇ ਆਪਾਂ ਇਹਨਾਂ ਦੀ ਤਾਬਿਆ ਵਿੱਚ ਹਾਂ, ਮਥਾਜੀ ਵਿੱਚ ਹਾਂ, ਇਹਨਾਂ ਤੋਂ ਪ੍ਰਭਾਵਿਤ ਹਾਂ। ਭਾਵੇਂ ਆਪਾਂ ਸੰਸਾਰ ਦੀ ਧਰਤੀ 'ਤੇ ਕਿਸੇ ਵੀ ਕੋਨੇ 'ਤੇ ਕਿਉਂ ਨਹੀਂ ਬੈਠੇ। ਪਿਤਾ ਜੀ ਦੇ ਕਹੇ ਹੋਏ ਸ਼ਬਦਾਂ ਨੂੰ ਗੁਰੂ ਨਾਨਕ ਜੀ ਨੇ ਜੋ ਉੱਤਰ ਦਿੱਤਾ ਹੈ,
पिताजी माया आ रही है, निरसंदेह आ रही है, पर नाल नाल ये भी बख्शिश कर दिता, माया एक पास्यों आ रही है, माया दूजे पासे जा रही है। भागां वालिओ, जदों मेरे वर्गा मूर्ख अपने बचपन दे विच वो बाल वरेस दे विच अपने ध्यान नूं पिछे खड़ के देखण दा यतन करदा है ते अपने परिवारां दे पुरखियां नूं देखीदा, उन्हां दे कोल बेशक साडे वर्गे स्कूलां दे, कालजां दे, यूनीवर्सिटियां दे आ डिग्रियां वाली विद्या नहीं सी, पर भागां वाले पता नहीं वो कित्थे गुड़े सन, कित्थे पढ़े सन, कित्थे उन्होंने ये ज्ञान दीयां गल्लां जीवन अनुभव का हिस्सा बनाईयां सन। साढ़े वड वडेरे पुरख भी ये क्या करते सन, माया दे मतलक आई चलाई चलनी चाहिए है, आई चलाई ये तो वध कदी माया नूं इस तों अगे जाके नहीं सी देखते। गुरु नानक जी ने अपने पिता जी नूं उत्तर दिता है, पिता जी माया एक पास्यों आ रही है, माया दूजे पासे जा रही है। ये उत्तर दे विच बड़े गहरे अर्थ पए ने। पिता जी माया कट्ठी नहीं करनी, माया केवल गुजरान है, इहदा एक पासे तो आ जाना, दूजे पासे नूं चले जाना। नदी दे पानी दे वगदे वहाओ दा प्रतीक है, जिहदे अंदर शुद्धता रहिंदी है, जिहदे अंदर जाला नहीं लगदा, जिहदे अंदर गंदगी नहीं फैलती। माया जदों बंदा जोड़नी शुरू करदा है, फिर मन दे विच माया अपना जलवा, माया अपना प्रभाव पाउंदी, किस तरह दा पाउंदी है, ये समय समय आपां अगे चल के चर्चा करांगे। सो मेहता कल्याण दास जी धन गुरु नानक दे पिता जी सुल्तानपुर लोधी दी धरती ते आए ने। अपने पिता जी नाल गुरु नानक जी ने आयां जी आया भी किया है, बह के संवाद भी रचिया है, किरत चलन की जानकारी भी दिती है, नाल आ रही माया दे पक्षों पिता जी नूं ये दसिया कि माया एक पास्यों आ रही है, माया दूजे पास्यों जा रही है। ये साडे लिए भी सिक्ख्या है कि अज असीं तजौरियां नहीं भरनियां। माया नूं आई चलाई तो वध जदों जमाखोरी वाले पासे पईदा है, फिर भागां वालिओ मनां दी शांति, मनां दा सहज, मनां दी अडोलता गवाच जाती है। इन्नी सेवा कबूल करो, भुल्लां माफ़ करनियां, फतेह बुलाओ। वाहिगुरू जी का खालसा, वाहिगुरू जी की फतेह।